ਕੀ ਸੋਚ ਕੇ ਬਜ਼ੁਰਗ ਰਹਿਤਾ ਕਰ ਰਹੇ, ਕੀ ਸੋਚ ਕੇ ਅੱਜ ਸੰਗਤ ਨੂੰ ਜਿਸ ਹੱਥ ਨਾਲ ਤੁਸੀਂ ਸ਼ਰਾਬ ਪਿਲਾ ਰਹੇ ਹੋ, ਕੀ ਕੱਲ ਉਸ ਹੱਥ ਨਾਲ ਤੁਸੀਂ ਕਹੋਗੇ ਕਿ ਅੰਮ੍ਰਿਤ ਛਕ ਲਓ। ਮੈਂ ਤੇ ਇਹੀ ਕਹਾਂਗੀ ਕਿ ਇਹ ਤੇ ਸਰਕਾਰੀ ਇਲੈਕਸ਼ਨਾਂ ਤੋਂ ਵੀ ਜ਼ਿਆਦਾ ਮੰਦਭਾਗਨ ਇਲੈਕਸ਼ਨ ਹੋ ਗਏ ਨੇ, ਕਿਉਂਕਿ ਇੱਥੇ ਮਾਰ ਕੁੱਟ ਹੋ ਰਹੀ ਹੈਗੀ ਹੈ, ਗਨ ਪੁਆਇੰਟ ਤੇ ਬੰਦੇ ਰੱਖੇ ਜਾ ਰਹੇ ਨੇ। ਕਈ ਫੋਨ ਆਉਂਦੇ ਹੈਗੇ, ਕਹਿੰਦੇ ਭੈਣ ਜੀ ਸ਼ਾਮ ਵੇਲੇ ਦੋਨੋਂ ਪਾਸੇ ਲੰਗਰ ਚੱਲ ਰਿਹਾ, ਤੁਸੀਂ ਨਹੀਂ ਚਲਾ ਰਹੇ। ਮੈਂ ਕਿਹਾ ਵੀਰ ਜੀ ਕਿਸ ਲੰਗਰ ਦੀ ਗੱਲ ਕਰ ਰਹੇ ਹੈਗੇ ਹੋ? ਕਹਿੰਦੇ ਨਹੀਂ ਭੈਣ ਜੀ ਸ਼ਾਇਦ ਤੁਸੀਂ ਭੁੱਲ ਗਏ ਹੋ, ਅਸੀਂ ਬੋਤਲ ਦੀ ਗੱਲ ਕਰਦੇ ਹਾਂ। ਮੈਨੂੰ ਉਸ ਟਾਈਮ ਗੁਰੂ ਬਾਬਾ ਜੀ ਦੇ ਦਰ ਤੇ ਖਲੋਤੀਆਂ ਅੱਖਾਂ ਭਰ ਗਈਆਂ ਮੇਰੀਆਂ ਕਿ ਸਾਡੇ ਲੰਗਰ ਨੂੰ ਕੀ ਨਾਮ ਦਿੱਤਾ ਜਾ ਰਿਹਾ। ਔਰ ਮਰਿਆਦਾ ਦੀ ਗੱਲ ਕਰਦੇ ਵੀਰ ਗੁਰਮੀਤ ਸਿੰਘ ਸ਼ੰਟੀ ਜੀ, ਜਦੋਂ ਇਹਨਾਂ ਦੇ ਪ੍ਰੋਗਰਾਮ ਤੇ ਮੈਂ ਪਹੁੰਚਦੀ ਹੈਗੀ ਤੇ ਆਪ ਜੀ ਨੂੰ ਪਤਾ ਸਰੋਪੇ ਅੱਜ ਕੱਲ੍ਹ ਬੜਾ ਰਿਵਾਜ ਚੱਲਿਆ ਹੋਇਆ ਕਿ ਜਿਹਨੂੰ ਨਹੀਂ ਉਹਨੂੰ ਸਰੋਪੇ ਪਾ ਦਈਏ, ਕਿਉਂਕਿ ਸ਼ਾਇਦ ਇਹਨਾਂ ਨੂੰ ਸਰੋਪਿਆਂ ਦੀ ਪਰਿਭਾਸ਼ਾ ਨਹੀਂ ਪਤਾ ਹੈਗੀ। ਸਰੋਪਾ ਕਿਸ ਵਾਸਤੇ ਦਿੱਤਾ ਜਾਂਦਾ ਇਹਨਾਂ ਨੂੰ ਉਹ ਨਹੀਂ ਪਤਾ, ਔਰ ਈਵਨ ਕਿ ਹੁਣ ਤਾਂ ਸਰੋਪੇ ਪਾੜ ਕੇ ਦੇ ਦਿੱਤੇ ਜਾਂਦੇ ਨੇ। ਮੈਨੂੰ ਮਰਿਆਦਾ ਸਮਝਾ ਦਿਓ ਜਰਾ, ਜਿਹੜੇ ਗੁਰਮੀਤ ਸਿੰਘ ਵੀਰ ਜੀ 15 ਸਾਲ ਤੋਂ ਸੇਵਾ ਕਰਦੇ ਨੇ, ਮੈਨੂੰ ਇੱਕ ਵਾਰੀ ਮਰਿਆਦਾ ਸਮਝਾ ਦਿਓ। ਤੁਹਾਨੂੰ ਕਿੰਨੀ ਕੁ ਮਰਿਆਦਾ ਆਉਂਦੀ? ਮੈਨੂੰ ਤਾਂ ਲੱਗਦਾ ਤੁਹਾਨੂੰ ਪੰਜਾਬੀ ਵੀ ਨਹੀਂ ਆਉਂਦੀ, ਕਿਉਂਕਿ ਤੁਸੀਂ ਹਮੇਸ਼ਾ ਜ਼ਿਆਦਾਤਰ ਹਿੰਦੀ ਬੋਲਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਖੜੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ, ਜਿੱਥੇ ਆਪਾਂ ਅੱਜ ਉਚੇਚਾ ਤੌਰ ਦੇ ਉੱਤੇ ਪਹੁੰਚੇ ਹੈਗੇ ਆ। ਬੀਬੀ ਮਨਪ੍ਰੀਤ ਕੌਰ ਵਾਰਡ ਨੰਬਰ 7 ਤ੍ਰਿਨਗਰ ਦੀ ਕੈਂਡੀਡੇਟ ਨੇ, ਔਰ ਜਿਹੜੀ ਸਭ ਤੋਂ ਵੱਡੀ ਖਾਸੀਅਤ ਸਾਡੀ ਇਹ ਭੈਣ ਦੁਮਾਲਾ ਸਜਾਉਂਦੀ ਹੈ, ਸਿੱਖੀ ਅਣਖ ਦੀ ਗੱਲ ਕਰਦੀ ਹੈ ਔਰ ਸਿੱਖੀ ਅਸੂਲਾਂ ਦੀ ਗੱਲ ਕਰਦੀ ਹੈ। ਤੇ ਅੱਜ ਉਹਨਾਂ ਦਾ ਦਿਲ ਕਾਫੀ ਵਿਅਥਿਤ ਹੈਗਾ ਕਿ ਜੋ ਇਲੈਕਸ਼ਨ ਦੇ ਦੌਰਾਨ ਚੱਲ ਰਿਹਾ, ਕੀ ਉਹਨਾਂ ਦੇ ਦਿਲ ਦੇ ਵਰਵਲੇ ਨੇ, ਉਹਨਾਂ ਤੋਂ ਹੀ ਪੁੱਛਨੇ ਆ। ਫਤਿਹ ਦੀ ਸਾਂਝ ਪਾਉਂਦੇ ਹਾਂ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਜੋ ਤੁਹਾਡੇ ਕਾਫੀ ਦਿਨ ਪਹਿਲੇ ਵੀ ਆਪਾਂ ਇੰਟਰਵਿਊ ਕੀਤਾ, ਜਦੋਂ ਤੁਸੀਂ ਰਕਾਬਗੰਜ ਸਾਹਿਬ ਮੋਰਚਾ ਲਾਇਆ ਹੈਗਾ ਸੀ ਦਿੱਲੀ ਕਮੇਟੀ ਦੇ ਖਿਲਾਫ, ਉਸ ਲਈ ਤੁਹਾਡੇ ਨਾਲ ਸਾਂਝ ਪਈ ਸੀ ਤੇ ਹੁਣ ਦੁਬਾਰਾ ਅਸੀਂ ਜੁੜੇ ਹੈਗੇ ਆ। ਤੁਹਾਡਾ ਐਕਸਪੀਰੀਅੰਸ ਇਲੈਕਸ਼ਨ ਦੇ ਚੋਣ ਦੇ ਪ੍ਰਚਾਰਾ ਜਾਂ ਅਖੀਰਲਾ ਦਿਨ ਹੈ, ਤੁਹਾਡੀ ਕੀ ਹੱਡ ਬੀਤੀ, ਕੀ ਤੁਹਾਡੇ ਤਜਰਬੇ ਨੇ, ਕੀ ਤੁਹਾਡੇ ਮਨ ਦੀਆਂ ਨਾਰਾਜ਼ਗੀਆਂ ਹੈਗੀਆਂ ਨੇ ਸਿਸਟਮ ਤੋਂ? ਮੈਂ ਜਾਣਨਾ ਕਿ ਤੁਸੀਂ ਸੰਗਤ ਤੱਕ ਜੋ ਸਵਾਲ ਸਾਡੇ ਗੱਲਬਾਤ ਫੋਨ ਦੇ ਉੱਤੇ ਹੋਈ ਸੀ, ਅਸੀਂ ਚਾਹੁੰਦੇ ਪੂਰੇ ਵਰਲਡ ਤੱਕ ਪਹੁੰਚੇ। ਕੀ ਤੁਹਾਡੀ ਨਾਰਾਜ਼ਗੀਆਂ ਨੇ? ਜੀ ਸਭ ਤੋਂ ਵੱਡੀ ਨਾਰਾਜ਼ਗੀ ਤੇ ਇਹ ਹੈਗੀ ਹੈ ਕਿ ਅਸੀਂ ਪੰਥ ਦੇ ਇਲੈਕਸ਼ਨ ਲੜਦੇ ਹੋਈਏ। ਅਸੀਂ ਜਿਹੜੇ ਨੁਮਾਇੰਦੇ ਚੁਣੇ ਹੋਏ ਆ 46, ਹਰ ਪਾਰਟੀ ਦੇ 46 ਨੁਮਾਇੰਦੇ ਚੁਣੇ ਹੋਏ ਆ, ਔਰ ਅਸੀਂ ਕਹਿੰਦੇ ਅਸੀਂ ਗੁਰੂ ਦੀ ਸੇਵਾ ਕਰਨੀ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਗੁਰੂ ਦੀ ਕਿਹੜੀ ਸੇਵਾ ਕਰਨੀ ਜੇ ਅਸੀਂ ਬਜ਼ੁਰਗ ਰਹਿਤਾ ਕਰਦੇ ਹੋਈਏ। ਦੋਨੋਂ ਪਾਰਟੀਆਂ ਵੱਲੋਂ ਉੱਥੇ ਖੁੱਲਾ ਪੈਸਾ, ਖੁੱਲੀ ਸ਼ਰਾਬ, ਹਰ ਚੀਜ਼ ਖੁੱਲੀ ਵੰਡੀ ਜਾ ਰਹੀ ਹੈ। ਤੇ ਮੈਂ ਸਮਝ ਰਹੀ ਹਾਂ ਕਿ ਅਸੀਂ ਸੇਵਾ ਮੰਗ ਰਹੇ ਹਾਂ ਜਾਂ ਅਸੀਂ ਸੇਵਾ ਛਿਨ ਰਹੇ ਹਾਂ, ਪਹਿਲੀ ਗੱਲ। ਦੂਸਰੀ ਗੱਲ, ਜਿਸ ਹੱਥੋਂ ਦੀ ਅੱਜ ਅਸੀਂ ਬਜ਼ੁਰਗ ਰਹਿਤਾ ਕਰਦੇ ਪਏ ਹਾਂ, ਜਿੱਦਾਂ ਗੁਰਮੀਤ ਸਿੰਘ ਸ਼ੰਟੀ ਜੀ ਮੇਰੇ ਸਾਹਮਣੇ ਖੜੇ ਹੋਏ ਨੇ ਔਰ ਜਸਪ੍ਰੀਤ ਸਿੰਘ ਕਰਮ ਸਰ ਮੇਰੇ ਸਾਹਮਣੇ ਖੜੇ ਹੋਏ ਨੇ, ਮੈਂ ਜਾਣਨਾ ਚਾਹੁੰਦੀ ਹਾਂ ਕਿ ਕੀ ਸੋਚ ਕੇ ਬਜ਼ੁਰਗ ਰਹਿਤਾ ਕਰ ਰਹੇ, ਕੀ ਸੋਚ ਕੇ ਅੱਜ ਸੰਗਤ ਨੂੰ ਜਿਸ ਹੱਥ ਨਾਲ ਤੁਸੀਂ ਸ਼ਰਾਬ ਪਿਲਾ ਰਹੇ ਹੋ, ਕੀ ਕੱਲ ਉਸ ਹੱਥ ਨਾਲ ਤੁਸੀਂ ਕਹੋਗੇ ਕਿ ਅੰਮ੍ਰਿਤ ਛਕ ਲਓ? ਕੀ ਤੁਸੀਂ ਉਹਨਾਂ ਨੂੰ ਗੁਰੂ ਦੀ ਸਿੱਖਿਆ ਦੇ ਪਾਓਗੇ? ਕਿ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਗੁਰੂ ਨਾਲ ਜੋੜ ਪਾਓਗੇ? ਤੁਸੀਂ ਕੀ ਐਜੂਕੇਸ਼ਨ ਦਿਓਗੇ ਕਿ ਅਸੀਂ ਤੇ ਸ਼ਰਾਬਾਂ ਪਿਆ ਕੇ ਤੇ ਗੁਰੂ ਘਰ ਦੀਆਂ ਸੇਵਾ ਲੈਂਦੇ ਹੈਗੇ? ਤੇ ਮੈਨੂੰ ਬੜਾ ਉੱਥੇ ਦੁੱਖ ਲੱਗਿਆ ਹੈਗਾ, ਕਿਉਂਕਿ ਜਦੋਂ ਸੰਗਤਾਂ ਦੇ ਵਿੱਚ ਮੈਂ ਵਿਚਰਦੀ ਹੈਗੀ ਆ, ਸੰਗਤਾਂ ਵਿੱਚ ਜਾਂਦੀ ਹਾਂ, ਤੇ ਸਭ ਤੋਂ ਪਹਿਲੇ ਸੰਗਤਾਂ ਦਾ ਇਹੀ ਸਵਾਲ ਆਉਂਦਾ ਕਿ ਬੀਬੀ ਜੀ ਉਧਰੋਂ ਦੀ ਤੇ ਆ ਮਿਲਿਆ ਹੈਗਾ, ਤੁਸੀਂ ਕੀ ਦੋਗੇ? ਤੇ ਮੈਂ ਤੇ ਸਿਰਫ ਇੱਕੋ ਹੀ ਗੱਲ ਕਹਿੰਦੀ ਹਾਂ ਜੀ, ਜੋ ਉਹ ਨਿਵਾਨਿਕ ਨਸ਼ੇ ਦੇ ਰਹੇ ਮੈਂ ਉਹ ਤੇ ਨਹੀਂ ਦੇ ਸਕਦੀ, ਮੈਂ ਗੁਰੂ ਦਾ ਨਸ਼ਾ ਦੇ ਸਕਦੀ ਹਾਂ ਜਿਹੜਾ ਹਾਂਜੀ ਵੋਟਰ ਗਿਣਦੇ ਨੇ। ਔਰ ਬੜਾ ਹੀ ਦੁੱਖ ਲੱਗਾ, ਕਿਉਂਕਿ ਕਈਆਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਕਾਲਕਾ ਜੀ ਤੋਂ ਆਏ ਹੈਗੇ ਹੋ, ਇੰਨੀ ਦੂਰੋਂ ਤੋਂ ਤੁਹਾਨੂੰ ਸੇਵਾ ਕਰਨੀ, ਤੁਹਾਡੀ ਪਾਰਟੀ ਨੇ ਕੀ ਸੋਚ ਕੇ ਤੁਹਾਨੂੰ ਭੇਜਿਆ? ਤੇ ਮੈਂ ਸਮਝਦੀ ਹਾਂ ਮੈਨੂੰ ਪਾਰਟੀ ਨੇ ਨਹੀਂ ਭੇਜਿਆ, ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਸੇਵਾ ਲਾਈ, ਮੈਂ ਸੇਵਾ ਕਰਨ ਗਈ ਹੈਗੀ ਹਾਂ। ਔਰ ਵੈਸੇ ਵੀ ਸਾਡੇ ਗੁਰੂ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਸੀ ਜਿਹੜੇ ਤੇਰੇ ਸੇਵਾਦਾਰ ਨੇ ਉਜੜੇ ਰਹਿਣ, ਤੇ ਮੈਂ ਉਸ ਚੀਜ਼ ਨੂੰ ਸਮਝਦੇ ਹੋਏ ਉੱਥੇ ਜਾ ਕੇ ਸੇਵਾ ਨਿਭਾ ਰਹੀ ਹਾਂ, ਕਿਉਂਕਿ ਗੁਰੂ ਜੀ ਨੇ ਹਮੇਸ਼ਾ ਇੱਕੋ ਗੱਲ ਕਹੀ ਕਿ ਜਿਹੜਾ ਮੇਰਾ ਸੇਵਾਦਾਰ ਹੋਏਗਾ ਜਿੱਥੇ ਵੀ ਜਾਏਗਾ ਮੇਰੀ ਸੇਵਾ ਕਰਵਾਏਗਾ, ਔਰ ਜਿਹੜੇ ਪਾਪੀ ਹੈ ਉਹ ਉੱਥੇ ਰਹਿਣਗੇ। ਸ਼ਾਇਦ ਇਸੇ ਕਰਕੇ ਗੁਰਮੀਤ ਸਿੰਘ ਸ਼ੰਟੀ ਜੀ 15 ਸਾਲ ਤੋਂ ਆਪਣਾ ਵੋਟ ਨਹੀਂ ਛੱਡ ਪਾਏ, ਔਰ ਅੱਜ 15 ਸਾਲ ਬਾਅਦ ਵੀ ਉਹ ਸੇਵਾ ਦਾ ਗੁਹਾਰ ਲਗਾ ਰਹੇ ਨੇ। ਲੇਕਿਨ ਮੈਂ ਸਮਝਦੀ ਹਾਂ ਜਿਸ ਹਿਸਾਬ ਨਾਲ ਉੱਥੇ ਪੋਸਟਰਬਾਜੀ, ਪੋਸਟਰਾਂ ਦੇ ਉੱਤੇ ਪੋਸਟਰ ਛਪਾਏ ਜਾ ਰਹੇ ਨੇ, ਔਰ ਜਿਸ ਹਿਸਾਬ ਨਾਲ ਮੇਰੀ ਸੀਟ ਤੇ ਇੰਨਾ ਜ਼ਿਆਦਾ ਘਮਾਸਾਨ ਮਚਿਆ ਹੋਇਆ, ਮੈਂ ਸਮਝਦੀ ਹਾਂ ਜੇ 15 ਸਾਲ ਦੀ ਸੇਵਾ ਕੀਤੀ ਹੋਈ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਹ ਸਭ ਕੁਝ ਕਰਨਾ ਚਾਹੀਦਾ ਸੀ ਜੋ ਅੱਜ ਉਹ ਕਰ ਰਹੇ ਨੇ। ਮਨਪ੍ਰੀਤ ਜੀ, ਅਗਰ ਮੈਂ ਤੁਹਾਡੀ ਗੱਲ ਕਹਾਂ, ਤੁਸੀਂ ਸ਼ਾਇਦ ਇਕਲੌਤੇ ਕੈਂਡੀਡੇਟ ਹੋ ਜਿਨ੍ਹਾਂ ਨੇ ਦੁਮਾਲਾ ਸਜਾਇਆ, ਗੁਰੂ ਸਾਹਿਬ ਦੀ ਤੇਗ ਤੁਹਾਡੇ ਹੱਥ 'ਚ ਹੈ। ਕਹਿ ਸਕਦੇ ਹਾਂ ਕਿ ਬਾਣੀ ਤੇ ਬਾਣੇ ਦਾ ਇੱਕ ਮੁਜ਼ੰਮਲ ਐਗਜ਼ਾਮਪਲ ਅਸੀਂ ਕਹੀਏ ਕਿ ਤੁਸੀਂ ਹੈਗੇ ਹੋ। ਇਸ ਕਰਕੇ ਸ਼ਾਇਦ ਕਿਤੇ ਨਾ ਕਿਤੇ ਅੱਜ ਉਚੇਚੇ ਤੌਰ ਦੇ ਉੱਤੇ ਅਸੀਂ ਅੱਜ ਰਕਾਬਗੰਜ ਸਾਹਿਬ ਦੀ ਧਰਤੀ ਤੇ ਜੁੜੇ ਹਾਂ। ਪੰਥਕ ਨਜ਼ਰੀਏ ਤੋਂ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਇਲੈਕਸ਼ਨਾਂ ਨੂੰ, ਤੁਹਾਨੂੰ ਲੱਗਦਾ ਨਹੀਂ ਸਿਲੈਕਸ਼ਨ ਸਿਸਟਮ ਹੋਣਾ ਚਾਹੀਦਾ ਸੀ? ਅਸੀਂ ਕਿਹੜੇ ਇਲੈਕਸ਼ਨਾਂ ਦੇ ਚੱਕਰਾਂ 'ਚ ਪੈ ਗਏ ਹਾਂ? ਬਿਲਕੁਲ, ਮੈਂ ਇਸ ਗੱਲ ਨੂੰ ਬਿਲਕੁਲ ਆਪ ਜੀ ਦੇ ਐਗਰੀ ਕਰਦੀ ਹੈਗੀ, ਕਿਉਂਕਿ ਇਲੈਕਸ਼ਨਾਂ ਦੀ ਜਗ੍ਹਾ ਸਿਲੈਕਸ਼ਨ ਹੋਣਗੇ ਤੇ ਮੇਰੇ ਖਿਆਲ ਨਾਲ ਜੋ ਅੱਜ ਗੁਰੂ ਤੇ ਮੈਂ ਕਹਾਂਗੀ ਸੰਗਤਾਂ ਦੇ ਨਾਲ ਜੋ ਹੋ ਰਿਹਾ, ਕਿਉਂਕਿ ਸੰਗਤਾਂ ਨੂੰ ਆਦਤ ਪੈ ਚੁੱਕੀ ਹੈ, ਕਿਉਂਕਿ ਮੈਂ ਤੇ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਹਾਂ, ਪਤਾ ਨਹੀਂ ਇਸ ਤੋਂ ਪਹਿਲੇ ਵੀ ਕੀ ਹੁੰਦਾ ਹੋਏਗਾ, ਲੇਕਿਨ ਜੋ ਇਲੈਕਸ਼ਨ ਇਸ ਵਾਰੀ ਮੈਂ ਦੇਖਿਆ ਹੈਗਾ, ਮੈਂ ਤੇ ਇਹੀ ਕਹਾਂਗੀ ਕਿ ਇਹ ਤੇ ਸਰਕਾਰੀ ਇਲੈਕਸ਼ਨਾਂ ਤੋਂ ਵੀ ਜ਼ਿਆਦਾ ਮੰਦਭਾਗਨ ਇਲੈਕਸ਼ਨ ਹੋ ਗਏ ਨੇ, ਕਿਉਂਕਿ ਇੱਥੇ ਮਾਰ ਕੁੱਟ ਹੋ ਰਹੀ ਹੈਗੀ ਹੈ, ਗਨ ਪੁਆਇੰਟ ਤੇ ਬੰਦੇ ਰੱਖੇ ਜਾ ਰਹੇ ਨੇ। ਔਰ ਮੈਂ ਕੀ ਕਹਿ ਸਕਦੀ ਕਿ ਮੈਨੂੰ ਸ਼ਰਮ ਵੀ ਆ ਰਹੀ ਹੈਗੀ ਜਦੋਂ
ਕਈ ਫੋਨ ਆਉਂਦੇ ਹੈਗੇ, ਕਹਿੰਦੇ ਭੈਣ ਜੀ ਸ਼ਾਮ ਵੇਲੇ ਦੋਨੋਂ ਪਾਸੇ ਲੰਗਰ ਚੱਲ ਰਿਹਾ ਹੈ, ਤੁਸੀਂ ਨਹੀਂ ਚਲਾ ਰਹੇ। ਮੈਂ ਕਿਹਾ ਵੀਰ ਜੀ ਕਿਸ ਲੰਗਰ ਦੀ ਗੱਲ ਕਰ ਰਹੇ ਹੈਗੇ ਹੋ? ਤੇ ਉਹ ਕਹਿੰਦੇ ਜੀ ਭੈਣ ਜੀ ਤੁਹਾਨੂੰ ਨਹੀਂ ਪਤਾ, ਤੁਸੀਂ ਇਲੈਕਸ਼ਨ ਲੜਦੇ ਪਿਓ। ਮੈਂ ਕਿਹਾ ਵੀਰ ਜੀ ਮੈਂ ਲੰਗਰ ਦੀ ਗੱਲ ਹੈ ਤੇ ਕੋਈ ਨਹੀਂ, ਆਜੋ ਦਾਲ ਪ੍ਰਸ਼ਾਦਾ ਤਿਆਰ ਹੈਗਾ। ਕਹਿੰਦੇ ਨਹੀਂ ਭੈਣ ਜੀ ਸ਼ਾਇਦ ਤੁਸੀਂ ਭੁੱਲ ਗਏ ਹੋ, ਅਸੀਂ ਬੋਤਲ ਦੀ ਗੱਲ ਕਰਦੇ ਹਾਂ। ਮੈਨੂੰ ਉਸ ਟਾਈਮ ਗੁਰੂ ਬਾਬਾ ਜੀ ਦੇ ਦਰ ਤੇ ਖਲੋਤੀਆਂ ਅੱਖਾਂ ਭਰ ਗਈਆਂ ਮੇਰੀਆਂ ਕਿ ਸਾਡੇ ਲੰਗਰ ਨੂੰ ਕੀ ਨਾਮ ਦਿੱਤਾ ਜਾ ਰਿਹਾ, ਕਿ ਸਾਡੇ ਗੁਰੂ ਦੇ ਲੰਗਰ ਇਹ ਸੀ ਜੋ ਅੱਜ ਇਹਨਾਂ ਨੇ ਉਹਨਾਂ ਨੂੰ ਲੰਗਰ ਦਾ ਨਾਮ ਦਵਾਤਾ। ਉਸ ਟਾਈਮ ਦਿਲ ਮੇਰਾ ਦੁਖਿਆ ਕਿ ਅਸੀਂ ਪੰਥ ਦੀ ਸੇਵਾ ਕਰਨ ਆਏ ਹਾਂ ਜਾਂ ਅਸੀਂ ਧਰੋ ਕਮਾਉਣ ਆਏ ਹਾਂ। ਮੈਨੂੰ ਲੱਗਦਾ ਹੈ ਕਿ ਜਿਹੜੀਆਂ ਚੋਰੀਆਂ ਚਕਾਰੀਆਂ ਕਰਦੇ ਰਹੇ ਨੇ, ਕਿਉਂਕਿ ਇਹ ਜਿਹੜੇ ਪੈਸੇ ਖਰਚ ਰਹੇ ਨੇ ਫਿਰ ਇਹਨਾਂ ਨੇ ਪੂਰੇ ਤੇ ਕਰਨੇ ਹੀ ਹੈ ਨਾ, ਤਾਂ ਉਹ ਇੱਥੋਂ ਹੀ ਪੂਰੇ ਕਰਨੇ ਨੇ। ਸੰਗਤਾਂ ਅੱਜ ਸਮਝ ਨਹੀਂ ਪਾ ਰਹੀਆਂ, ਇੱਕ ਬੋਤਲ, ਇੱਕ ਥੋੜ੍ਹੇ ਜਿਹੇ ਪੈਸਿਆਂ ਪਿੱਛੇ, ਗਿਫਟਾਂ ਪਿੱਛੇ ਅੱਜ ਆਪਣੀ ਵੋਟ ਤੇ ਵੇਚ ਦੇਣਗੇ, ਲੇਕਿਨ 4 ਸਾਲ ਜਿਹੜਾ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰਨਗੇ ਉਹ ਕਿੱਥੋਂ ਲਿਆਣਗੇ। ਔਰ ਮੈਂ ਆਪ ਜੀ ਨੂੰ ਸਭ ਤੋਂ ਵੱਡੀ ਗੱਲ, ਜਿਹੜੇ ਮੇਰੇ ਕਹਿੰਦੇ ਵੀਰ ਮੇਰੇ ਕਹਿੰਦੇ ਨੇ ਗੁਰਮੀਤ ਸਿੰਘ ਸ਼ੰਟੀ ਜੀ ਹਮੇਸ਼ਾ ਸਬੂਤ ਲੈ ਕੇ ਖੜੇ ਰਹਿੰਦੇ ਨੇ ਸਾਰਿਆਂ ਦੇ ਖਿਲਾਫ, ਇਹ ਉਹਨਾਂ ਦੇ ਸਬਜ਼ੀਆਂ ਦੇ 4 ਬਿੱਲ ਨੇ। ਔਰ ਜਦੋਂ ਵੀ ਉਹਨਾਂ ਨਾਲ ਗੱਲ ਕਰੋ ਸ਼ਾਇਦ ਉਹਨਾਂ ਨੂੰ ਇਸ ਚੀਜ਼ ਵਾਸਤੇ ਬੋਲਿਆ ਨਹੀਂ ਜਾਂਦਾ। ਮੈਂ ਕਹਿੰਦੀ ਹਾਂ ਕਿ ਸਿਰਫ ਇਹਦੀ ਭਾਸ਼ਾ ਪੜ੍ਹ ਕੇ ਸੁਣਾ ਦੇਣ, ਮੈਂ ਖੁਦ ਇੱਥੋਂ ਦੀ ਕੁਇਟ ਕਰ ਜਾਵਾਂਗੀ। 7 ਨੰਬਰ 3 ਨੰਬਰ ਵਾਰਡ ਤੋਂ ਮੈਂ ਜਿਹੜਾ ਲੜ ਰਹੀ ਹਾਂ, ਇਹ ਸਬਜ਼ੀਆਂ ਦੇ ਬਿੱਲ ਮੈਨੂੰ ਪੜ੍ਹ ਕੇ ਸੁਣਾ ਦੇਣਗੇ ਤੇ ਮੈਂ ਉੱਥੋਂ ਦੀ ਕੁਇਟ ਕਰ ਜਾਵਾਂਗੀ। ਇਹ ਮੇਰਾ ਵਾਅਦਾ ਹੈ ਆਪ ਜੀ ਦੇ ਨਾਲ। ਲੇਕਿਨ ਸ਼ਾਇਦ ਮੈਂ ਉੱਥੇ ਬਾਰ-ਬਾਰ ਹਰ ਸੰਗਤ ਨੂੰ ਕਹਿ ਰਹੀ ਹਾਂ, ਈਵਨ ਕਿ ਮੈਂ ਦੋਨਾਂ ਦੇ ਪ੍ਰੋਗਰਾਮ ਤੇ ਗਈ, ਆਪ ਸਭ ਨੇ ਦੇਖਿਆ ਵੀ ਹੋਏਗਾ। ਮੈਂ ਕਰਮ ਸਰ ਦਾ ਪ੍ਰੋਗਰਾਮ ਸੀ, ਉੱਥੇ ਵੀ ਗਈ ਹਾਂ, ਕਿਉਂਕਿ ਕਰਮ ਸਰ ਦਾ ਪ੍ਰੋਗਰਾਮ ਸਮਝ ਕੇ ਨਹੀਂ ਗਈ, ਮੈਂ ਗੁਰੂ ਦੇ ਘਰ ਦਾ ਪ੍ਰੋਗਰਾਮ ਸਮਝ ਕੇ ਗਈ ਸੀ। ਅਗਲੇ ਦਿਨ ਸ਼ੰਟੀ ਵੀਰ ਜੀ ਨੇ ਵੀ ਪ੍ਰੋਗਰਾਮ ਕੀਤਾ ਹੋਇਆ ਸੀ, ਮੈਂ ਉੱਥੇ ਵੀ ਚਲੀ ਗਈ। ਉੱਥੇ ਸੰਗਤਾਂ ਨੇ ਮੈਨੂੰ ਕੁਐਸਚਨ ਵੀ ਕੀਤਾ, ਬੀਬੀ ਤੂੰ ਕਰਦੀ ਕੀ ਪਈ ਹੈ? ਉਹ ਪ੍ਰੋਗਰਾਮ ਕਰਦਾ ਤਦ ਵੀ ਆ ਜਾਂਦੀ ਹੈ, ਉਹ ਪ੍ਰੋਗਰਾਮ ਕਰਦਾ ਤਦ ਵੀ ਆ ਜਾਂਦੀ ਹੈ। ਮੈਂ ਸਮਝਦੀ ਹਾਂ ਕਿ ਮੈਂ ਸੋਚ ਬਦਲਣਾ ਚਾਹੁੰਦੀ ਹਾਂ ਕਿ ਅਸੀਂ ਇਲੈਕਸ਼ਨ ਲੜ ਰਹੇ ਜ਼ਰੂਰ ਹੈ, ਲੇਕਿਨ ਗੁਰੂ ਘਰ ਵਿੱਚ ਕਿਸੇ ਬੰਦੇ ਦਾ ਪ੍ਰੋਗਰਾਮ ਨਹੀਂ ਹੁੰਦਾ, ਗੁਰੂ ਦਾ ਪ੍ਰੋਗਰਾਮ ਹੁੰਦਾ। ਗੁਰੂ ਦੀ ਬਾਣੀ ਪੜ੍ਹੀ ਜਾਂਦੀ ਹੈ, ਮੈਂ ਉਹ ਸੁਣਨ ਗਈ ਸੀ, ਗੁਰੂ ਦੀ ਸੰਗਤਾਂ ਦੇ ਦਰਸ਼ਨ ਕਰਨ ਗਈ ਸੀ, ਮੈਂ ਕਿਸੇ ਬੰਦੇ ਦੇ ਪ੍ਰੋਗਰਾਮ ਤੇ ਨਹੀਂ ਗਈ ਸੀ। ਔਰ ਮਰਿਆਦਾ ਦੀ ਗੱਲ ਕਰਦੇ ਵੀਰ ਗੁਰਮੀਤ ਸਿੰਘ ਸ਼ੰਟੀ ਜੀ, ਜਦੋਂ ਇਹਨਾਂ ਦੇ ਪ੍ਰੋਗਰਾਮ ਤੇ ਮੈਂ ਪਹੁੰਚਦੀ ਹੈਗੀ ਤੇ ਆਪ ਜੀ ਨੂੰ ਪਤਾ ਸਰੋਪੇ ਅੱਜ ਕੱਲ੍ਹ ਬੜਾ ਰਿਵਾਜ ਚੱਲਿਆ ਹੋਇਆ ਕਿ ਜਿਹਨੂੰ ਨਹੀਂ ਉਹਨੂੰ ਸਰੋਪੇ ਪਾ ਦਈਏ, ਕਿਉਂਕਿ ਸ਼ਾਇਦ ਇਹਨਾਂ ਨੂੰ ਸਰੋਪਿਆਂ ਦੀ ਪਰਿਭਾਸ਼ਾ ਨਹੀਂ ਪਤਾ ਹੈਗੀ। ਸਰੋਪਾ ਕਿਸ ਵਾਸਤੇ ਦਿੱਤਾ ਜਾਂਦਾ ਇਹਨਾਂ ਨੂੰ ਉਹ ਨਹੀਂ ਪਤਾ। ਔਰ ਈਵਨ ਕਿ ਹੁਣ ਤਾਂ ਸਰੋਪੇ ਪਾੜ ਕੇ ਦੇ ਦਿੱਤੇ ਜਾਂਦੇ ਨੇ, ਕਿਉਂਕਿ ਜ਼ਿਆਦਾ ਹੁੰਦੇ ਨੇ, ਕਿੰਨਾ ਖਰਚਾ ਕਰੀਏ। ਬਿਲਕੁਲ, ਤੇ ਸਰੋਪਿਆਂ ਦੇ 2 ਹਿੱਸੇ ਕਰ ਦਿੱਤੇ ਜਾਂਦੇ। ਤੇ ਮੈਂ ਸਮਝਦੀ ਹਾਂ ਕਿ ਜੇ ਮੇਰੀਆਂ, ਮੈਂ ਸਭ ਤੋਂ ਪਹਿਲੇ ਕਹਾਂਗੀ ਮਾਤਾਵਾਂ ਭੈਣਾਂ ਨੂੰ ਸਮਝਣਾ ਪਏਗਾ ਕਿ ਸਰੋਪਾ ਹੋਵੇ, ਚੁੰਨੀ ਹੋਵੇ, ਉਹਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ ਕਿ ਅਸੀਂ ਉਹ ਪਾੜ ਕੇ ਆਪਣੇ ਸਿਰ ਢੱਕ ਸਕਦੇ ਹਾਂ, ਜਾਂ ਗੁਰੂ ਘਰ ਦੇ ਵਿੱਚ ਉਹ ਪਾੜ ਕੇ ਅਸੀਂ ਆਪਣੇ ਗੱਲਾਂ ਵਿੱਚ ਪਾ ਕੇ ਕਿਹੜਾ ਸਨਮਾਨ ਔਰ ਮਾਨ ਦੀ ਗੱਲ ਕਰ ਰਹੇ ਹਾਂ, ਕਿਹੜੀ ਮਰਿਆਦਾ ਦੀ ਗੱਲ ਕਰ ਰਹੇ ਹਾਂ। ਮੈਨੂੰ ਮਰਿਆਦਾ ਸਮਝਾ ਦਿਓ ਜਰਾ। ਜਿਹੜੇ ਗੁਰਮੀਤ ਸਿੰਘ ਵੀਰ ਜੀ 15 ਸਾਲ ਤੋਂ ਸੇਵਾ ਕਰਦੇ ਨੇ, ਮੈਨੂੰ ਇੱਕ ਵਾਰੀ ਮਰਿਆਦਾ ਸਮਝਾ ਦਿਓ, ਤੁਹਾਨੂੰ ਕਿੰਨੀ ਕੁ ਮਰਿਆਦਾ ਆਉਂਦੀ ਹੈ। ਮੈਨੂੰ ਤਾਂ ਲੱਗਦਾ ਤੁਹਾਨੂੰ ਪੰਜਾਬੀ ਵੀ ਨਹੀਂ ਆਉਂਦੀ, ਕਿਉਂਕਿ ਤੁਸੀਂ ਹਮੇਸ਼ਾ ਜ਼ਿਆਦਾਤਰ ਹਿੰਦੀ ਬੋਲਦੇ ਹੋ। ਤੇ ਕਾਫੀ ਤਗੜਾ ਮੁਕਾਬਲਾ ਹੈਗਾ ਉਸ ਸੀਟ ਤੇ। ਔਰ ਜਿਸ ਹਿਸਾਬ ਨਾਲ ਗੁਰਮੀਤ ਸਿੰਘ ਸ਼ੰਟੀ ਜੀ ਨੇ ਇੰਨੇ ਸਾਲਾਂ ਤੋਂ ਸੰਗਤਾਂ ਨੂੰ ਇੱਕ, ਮੈਂ ਕਹਾਂਗੀ ਉੱਥੇ ਮੰਗਤਾ ਬਣਾਇਆ ਹੋਇਆ, ਮੈਂ ਇਹੀ ਕਹਾਂਗੀ, ਮੇਰੀ ਸ਼ਾਇਦ ਉੱਥੇ ਦੀ ਸੰਗਤਾਂ ਸੁਣ ਵੀ ਰਹੀਆਂ ਹੋਣ, ਸ਼ਾਇਦ ਉਹਨਾਂ ਨੂੰ ਮੇਰੀ ਗੱਲ ਬੁਰੀ ਵੀ ਲੱਗ ਜਾਏ, ਲੇਕਿਨ ਇਹ ਸੱਚ ਹੈ, ਕੋੜਾ ਹੈ, ਸਮਝੋਗੇ ਤੇ ਇਸ ਭਵਰ ਤੋਂ ਬਾਹਰ ਨਿਕਲ ਪਾਓਗੇ, ਨਹੀਂ ਤੇ ਸ਼ਾਇਦ ਨਹੀਂ ਨਿਕਲ ਪਾਓਗੇ। ਕਿਉਂਕਿ ਅੱਜ ਮੈਂ ਸੁਣਿਆ ਉੱਥੇ ਜਦੋਂ ਦੇਖੋ ਲਿਫਾਫੇ ਬਣਦੇ ਰਹਿੰਦੇ, ਉਹ ਕਹਿੰਦੇ ਉਹ ਤੇ ਆਂਦੇ ਜੀ, ਉਹ ਤੇ 10-15 ਹਜ਼ਾਰ ਐਵੇਂ ਹੀ ਦੇ ਜਾਂਦੇ ਜੀ, ਖਾ ਲਓ ਪੀ ਲਓ। ਮੈਂ ਸਮਝਦੀ ਹਾਂ ਉਹਨਾਂ ਨੇ ਕਿੰਨੇ ਸਮਾਗਮ ਕਰਾਏ 15 ਸਾਲਾਂ ਦੇ ਵਿੱਚ। ਮੈਂ 15 ਸਾਲਾਂ ਤੇ ਵੀ ਨਹੀਂ ਜਾਂਦੀ, 4 ਸਾਲ ਵਿੱਚ ਮੈਨੂੰ ਦੱਸ ਦੇਣ ਕਿੰਨੇ ਸਮਾਗਮ ਕਰਾਏ, ਕਿੰਨੇ ਅੰਮ੍ਰਿਤ ਸੰਚਾਰਨ ਕਰਾਏ, ਕਿੰਨੇ ਬੱਚਿਆਂ ਨੂੰ ਕੀਰਤਨ ਸਿਖਾਇਆ। ਕਿਉਂਕਿ ਜਿੰਨਾ ਮੈਂ ਉਸ ਏਰੀਏ 'ਚ ਘੱਟ ਸਮੇਂ ਵਿੱਚ ਜਿੰਨਾ ਘੁੰਮ ਪਾਈ ਹਾਂ, ਮੈਨੂੰ ਜ਼ਿਆਦਾਤਰ ਮੈਂ ਗਰੀਬ ਜਿਹੜੇ ਸਿੱਖ ਸਾਡੇ ਭਰਾਈ ਭੈਣ ਹੈ ਉਹਨਾਂ ਵੱਲ ਗਈਆਂ। ਉਹ ਕਹਿੰਦੇ ਬੀਬੀ ਜੀ ਸਾਡੇ ਬੱਚਿਆਂ ਨੂੰ ਇੱਥੇ ਕੀਰਤਨ ਨਹੀਂ ਸਿਖਾਉਣ ਦੀ ਕੋਈ ਸੁਵਿਧਾ ਨਹੀਂ ਹੈਗੀ, ਜੇ ਤੁਸੀਂ ਆਓਗੇ ਤਾਂ ਸੇਵਾ ਕਰੋਗੇ। ਮੈਂ ਕਿਹਾ ਮੇਰੀ ਸੇਵਾ ਹੀ ਇਹੀ ਹੈ ਕਿ ਅਸੀਂ ਗੁਰੂ ਨਾਲ ਜੋੜ ਸਕੀਏ। ਤੇ ਮੈਂ ਸਮਝਦੀ ਹਾਂ ਕਿ ਉਹ ਸੇਵਾ ਗੁਰਮੀਤ ਸਿੰਘ ਸ਼ੰਟੀ ਉਨ ਚੀਜ਼ਾਂ ਤੋਂ ਪਿੱਛੇ ਰਹਿ ਗਏ, ਉਹ ਸਿਰਫ ਪੈਸੇ ਦੇ ਦਮ ਤੇ ਇਲੈਕਸ਼ਨ ਲੜਦੇ ਨੇ। ਲੇਕਿਨ ਸ਼ਾਇਦ ਇਸ ਵਾਰ ਗੁਰੂ ਮਹਾਰਾਜ ਮਿਹਰ ਕਰਨਗੇ ਤੇ ਇਹ ਇਲੈਕਸ਼ਨਾਂ ਦਾ ਰੁਖ ਕੁਝ ਹੋਰ ਹੋਏਗਾ। ਭੈਣ ਜੀ ਇੱਕ ਸਿੱਧਾ ਜਿਹਾ ਸਵਾਲ ਪੁੱਛਾਂਗਾ, ਅਗਰ ਤੁਸੀਂ ਜੇਤੂ ਹੁੰਦੇ ਹੋ ਤਦ ਕੀ ਕਰੋਗੇ, ਔਰ ਅਗਰ ਤੁਸੀਂ ਹਾਰ ਜਾਂਦੇ ਹੋ ਤਦ ਕੀ ਕਰੋਗੇ? ਜੇ ਗੁਰੂ ਮਹਾਰਾਜ ਮੈਨੂੰ ਜਿੱਤ ਬਖਸ਼ਦੇ ਨੇ ਤੇ ਮੈਂ ਇਹ ਜ਼ਰੂਰ ਕਵਾਂਗੀ, ਕਿਉਂਕਿ ਫਿਰ ਇੱਕ ਇਲਾਕੇ ਦੀ ਸੇਵਾ ਮੈਨੂੰ ਮਿਲ ਜਾਂਦੀ ਹੈਗੀ ਹੈ ਤੇ ਮੈਂ ਉਸ ਇਲਾਕੇ ਦੀ ਇਹ ਵਾਅਦਾ ਕਰਦੀ ਹਾਂ ਕਿ ਉਹ ਸੇਵਾਵਾਂ ਲੈ ਕੇ ਆਵਾਂਗੀ ਕਿ 4 ਸਾਲ ਬਾਅਦ ਮੈਨੂੰ ਕਿਸੇ ਦੇ ਘਰ ਵੋਟ ਮੰਗਣ ਨਹੀਂ ਜਾਣਾ ਪਏਗਾ। ਮੈਨੂੰ ਸੰਗਤਾਂ ਆਪ ਕਹਿਣਗੀਆਂ ਕਿ ਸਾਨੂੰ ਇਹੋ ਜਿਹਾ ਸੇਵਾਦਾਰ ਚਾਹੀਦਾ ਹੈ। ਔਰ ਜਿਹੜੇ ਅੱਜ ਬੱਚੇ ਐਜੂਕੇਸ਼ਨ ਤੋਂ ਪਿੱਛੇ ਰਹਿ ਰਹੇ ਨੇ ਕਿਉਂਕਿ ਉਹਨਾਂ ਦੀ ਫੀਸਾਂ ਨਹੀਂ ਭਰੀਆਂ ਜਾ ਰਹੀਆਂ, ਕਾਫੀ ਪ੍ਰੋਬਲਮ ਆਈਆਂ ਕਰੋਨਾ ਕਰਕੇ, ਉਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦੇਵਾਂਗੀ। ਜਿਹੜੇ ਮੇਰੇ ਵੀਰਾਂ ਦੀ ਨੌਕਰੀਆਂ ਅੱਜ ਨਹੀਂ ਹੈਗੀਆਂ, ਉਹਨਾਂ ਦੀ ਰੋਜ਼ਗਾਰ ਵਾਸਤੇ ਕੁਛ ਨਾ ਕੁਛ ਅੱਛਾ ਕੰਮ ਕਰਾਂਗੀ। ਔਰ ਗੁਰੂ ਗ੍ਰੰਥ ਵਾਸਤੇ ਲੋਕਾਂ ਨੂੰ ਜੋੜਾਂਗੀ ਕਿ ਆਪਣੀ ਬਾਣੀ ਨਾਲ ਜੁੜਨ, ਆਪਣਾ ਬੱਚਿਆਂ ਨੂੰ ਬਾਣੀ ਔਰ ਬਾਣੇ ਨਾਲ ਜੋੜਨ, ਇਹ ਸਾਰੀਆਂ ਸੇਵਾ ਕਰਾਂਗੀ। ਔਰ ਜੇ ਮੈਂ ਹਾਰ ਵੀ ਜਾਂਦੀ ਹਾਂ, ਕਿਉਂਕਿ ਮੈਂ ਸਮਝਦੀ ਹਾਂ ਕਿ ਮੈਂ ਜਿੱਤਾ ਹੋਇਆ ਬੰਦਾ, ਜੋ ਮੈਂ ਉੱਥੋਂ ਦੀ ਸੰਗਤਾਂ ਦਾ ਪਿਆਰ ਪਾਇਆ ਹੈਗਾ, ਤੇ ਮੈਂ ਸਮਝਦੀ ਹਾਂ ਕਿ ਫਿਰ ਮੇਰੇ ਕੋਲ ਪੂਰੀ ਦਿੱਲੀ ਦੀ ਸੇਵਾ ਆ ਜਾਂਦੀ ਹੈ। ਤੇ ਮੈਂ ਦਿੱਲੀ ਵਿੱਚ ਜਿੱਥੇ ਮੇਰੇ ਗੁਰੂ ਮਹਾਰਾਜ ਦੀ ਸੰਗਤ ਵਸਦੀ ਹੈ, ਉੱਥੇ ਇਹ ਸੇਵਾ ਜਿੱਥੇ ਤੱਕ ਮੇਰੇ ਤੋਂ ਹੋਏਗੀ ਮੈਂ ਹਰ ਜਗ੍ਹਾ ਤੋਂ ਸੇਵਾ ਕਰਾਂਗੀ, ਤਾਂ ਕਿ ਆਉਣ ਵਾਲੇ 4 ਸਾਲਾਂ ਦੇ ਵਿੱਚ ਅਸੀਂ ਉਹ ਸੇਵਾਵਾਂ ਗੁਰੂ ਨਾਲ ਜੋੜ ਸਕੀਏ, ਸੰਗਤ ਗੁਰੂ ਨਾਲ ਜੋੜ ਸਕੀਏ ਕਿ
ਸੰਗਤਾਂ ਨੂੰ ਸਮਝ ਆਵੇ ਕਿ ਸਾਨੂੰ ਗੁਰੂ ਦੇ ਵਾਸਤੇ ਪਿਆਰ ਰੱਖਣਾ ਤੁਸੀਂ ਪਏ। ਭੈਣ ਜੀ ਚਲੋ ਗੁਰੂ ਸਾਹਿਬ ਕਿਰਪਾ ਕਰਨਗੇ ਤੁਸੀਂ ਜਿੱਤਣ, ਕਿਉਂਕਿ ਇਹ ਤਾਂ ਹੁਣ ਸੰਗਤਾਂ ਦੇ ਹੱਥੇ ਮਾਫ ਕਰਨਾ ਤੁਹਾਡੇ ਔਰ ਮੇਰੇ ਵੱਸ ਨਹੀਂ ਹੈ, ਲੇਕਿਨ ਅਗਰ ਤੁਸੀਂ ਜੇਤੂ ਹੋ ਜਾਂਦੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕੱਲੇ ਇਸ ਪੂਰੇ ਨਿਜ਼ਾਮ ਨੂੰ ਬਦਲ ਪਾਓਗੇ ਜਿਹੜਾ ਅੱਜ ਭ੍ਰਿਸ਼ਟਾਚਾਰ ਤੇ ਸ਼ਰਾਬਾਂ ਦੀ ਦਲਦਲ ਵਿੱਚ, ਕੱਲ ਵੀ ਆਪਾਂ ਦੇਖਿਆ ਪਰਸੋਂ ਵੀ ਦੇਖਿਆ ਕਿ ਇਲਾਕਿਆਂ ਦੇ ਅੰਦਰ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋ ਰਹੀਆਂ ਨੇ, ਪੁਲਿਸ ਰੇਡ ਮਾਰੀ ਹੈ, ਉਹ ਗਿਣਤੀ ਹੈ, ਉਹ ਫਿਗਰਸ ਨੇ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ, ਤਾਂ ਜੋ ਸਾਹਮਣੇ ਨਹੀਂ ਆ ਰਹੀਆਂ ਤੇ ਕੀ ਵਰਤੋਂ ਹੋ ਰਹੀ ਹੈ ਉਹਦੀ ਗੱਲ ਵੱਖਰੀ ਹੈ। ਤੁਹਾਨੂੰ ਲੱਗਦਾ ਹੈ ਤੁਹਾਡੀ ਜਿਹੜੀ ਪੰਥਕ ਸੋਚ ਹੈ ਉਹ ਇਕੱਲੀ ਇੱਕ ਸੀਟ ਪੂਰੇ ਨਿਜ਼ਾਮ ਨੂੰ, ਪੂਰੀ ਕਮੇਟੀ ਤੇ ਭ੍ਰਿਸ਼ਟਾਚਾਰ ਨੂੰ ਬਦਲ ਪਾਏਗੀ? ਜੀ ਦੇਖੋ, ਇਹ ਤੇ ਮੈਂ ਨਹੀਂ ਕਹਿ ਸਕਦੀ ਕਿ ਮੈਂ ਇਕੱਲੀ ਇਹ ਸਾਰੀ ਸੇਵਾ ਕਰ ਸਕਦੀ ਹਾਂ। ਮੈਂ ਆਪਣੇ ਨਾਲ ਕਿਉਂਕਿ ਜਦੋਂ ਦੀ ਇਸ ਸਾਰੇ ਰਾਜਨੀਤਿਕ ਦਲ ਵਿੱਚ ਆਈ ਹਾਂ ਕਿ ਇਹ ਤੇ ਬੜੇ ਇਹੋ ਜਿਹੇ ਲੋਕ ਮਿਲੇ ਜਿਹੜੀ ਇਨ ਸੇਵਾ ਨੂੰ ਹੱਥ ਪਾਣਾ ਚਾਹੁੰਦੇ ਆ ਨਾਲ ਮਿਲ ਕੇ, ਲੇਕਿਨ ਸਿਰਫ ਉਹੀ ਗੱਲ ਆ ਜਾਂਦੀ ਜਿੱਦਾਂ ਤੁਹਾਡੀ ਭੈਣ ਆਪ ਜੀ ਨੂੰ ਪਤਾ ਧਰਨੇ ਤੇ ਇਕੱਲੀ ਬੈਠੀ ਸੀ ਤੇ ਲੇਕਿਨ ਸੰਗਤਾਂ ਜੁੜੀਆਂ ਸੀ ਤੇ ਇਹ ਸਫ਼ਰ ਇਕੱਲਾ ਚੱਲ ਜ਼ਰੂਰ ਰਹੀਆਂ, ਲੇਕਿਨ ਮੈਨੂੰ ਪਤਾ ਇਹਦੇ ਪਿੱਛੇ ਕਾਰਵਾ ਬਹੁਤ ਲੰਬਾ ਬਣੇਗਾ ਔਰ ਆਉਣ ਵਾਲੀ ਜਦੋਂ ਕਦੀ ਦੁਬਾਰਾ ਇਲੈਕਸ਼ਨ ਹੋਣਗੀਆਂ ਤੇ ਇਹ ਇਤਿਹਾਸ ਵਿੱਚ ਹੋਏਗਾ ਕਿ ਫਿਰ ਦੁਬਾਰਾ ਆਪਣੀ ਸੰਗਤਾਂ ਗੁਰੂ ਵੱਲ ਤੋਰਾਈਆਂ, ਸ਼ਰਾਬ ਔਰ ਇਹੋ ਜਿਹੀ ਬਜਰ ਕੁਰੈਤਾ ਤੋਂ ਪਿੱਛੇ ਹੋ ਗਈਆਂ ਨੇ। ਇਲੈਕਸ਼ਨ ਆ ਰਹੇ ਨੇ, ਸਾਰੇ ਵੋਟਰਸ ਨੂੰ ਵਰਲਡ 'ਚ ਤੁਹਾਡੀ ਵੀਡੀਓ ਤਾਂ ਜਾਣੀ ਹੈ, ਮਗਰ ਪੂਰੀ ਦਿੱਲੀ ਦੇ ਸਾਰੇ ਵੋਟਰ, ਖਾਲੀ ਤੁਹਾਡੀ ਕਨਸਟੀਟੈਂਸੀ ਦੀ ਗੱਲ ਨਾ ਕਰੀਏ, ਵਾਰਡ ਨੰਬਰ 7 ਦੀ ਗੱਲ ਨਾ ਕਰੀਏ, ਪੂਰੀ ਦਿੱਲੀ ਦੇ ਅੰਦਰ ਜਿੱਥੇ ਵੀ ਸਾਡੇ ਸਿੱਖ ਵੋਟਰ ਬੈਠੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਬਿਲਕੁਲ ਜੀ, ਮੈਂ ਦਿੱਲੀ ਦੇ ਹਰ ਉਸ ਸਿੱਖ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪ ਜੀ ਜੋ ਵੀ ਕਰ ਰਹੇ ਹੋ, ਜੋ ਇਹਨਾਂ ਲੋਕਾਂ ਤੋਂ ਸ਼ਰਾਬਾਂ ਲੈ ਰਹੇ ਨੇ ਜਾਂ ਪੈਸੇ ਲੈ ਰਹੇ ਨੇ, ਬੇਸ਼ੱਕ ਇਹ ਗੱਲ ਆਪ ਜੀ ਨੂੰ ਮੇਰੀ ਬੁਰੀ ਲੱਗ ਰਹੀ ਹੋਏਗੀ, ਲੇਕਿਨ ਮੈਂ ਜਦੋਂ ਘੁੰਮੀ ਆ ਤੇ ਇਹ ਸੱਚ ਹੈਗਾ, ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ। ਸੰਗਤਾਂ ਆਪਣੀ ਚੀਜ਼ਾਂ ਅੱਗੇ ਰੱਖਦੀਆਂ, ਸਾਨੂੰ ਪੈਸੇ ਚਾਹੀਦੇ ਨੇ, ਸਾਨੂੰ ਆਹ ਚੀਜ਼ ਚਾਹੀਦੀ ਹੈ, ਤੇ ਮੈਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਧਿਆਨ ਨਾਲ ਵੋਟ ਪਾਣਾ, ਸਿਰਫ 10 ਸੈਕਿੰਡ ਲੱਗਣਗੇ ਜਦੋਂ ਅਸੀਂ ਉੱਥੇ ਜਾ ਕੇ ਮੋਹਰ ਲਗਾਣੀ ਹੈ, ਤੇ ਉਸ ਵੇਲੇ ਆਪਣੇ ਗੁਰੂ ਨੂੰ ਜ਼ਰੂਰ ਧਿਆਨ ਰੱਖਣਾ, ਕਿਉਂਕਿ ਤੁਹਾਡਾ ਇੱਕ ਸਟੈਪ ਗਲਤ ਹੋਣ ਕਰਕੇ ਤੁਸੀਂ ਵੀ ਗੁਰੂ ਦੇ ਗੁਨਹਗਾਰ ਬਣ ਜਾਓਗੇ, ਕਿਉਂਕਿ ਤੁਸੀਂ ਗੁਰੂ ਦੇ ਸੇਵਾਦਾਰ ਨਹੀਂ, ਤੁਸੀਂ ਉਹ ਬੰਦੇ ਲਿਆਓਗੇ ਜੋ ਸਿਰਫ ਵੋਟਾਂ ਆਉਣ ਤੇ ਤੁਹਾਡੀ ਜੇਬਾਂ ਭਰ ਸਕਦੇ ਨੇ, ਤੁਹਾਨੂੰ 4 ਬੋਤਲਾਂ ਦੇ ਸਕਦੇ ਨੇ, ਹੋਰ ਕੁਝ ਨਹੀਂ ਦੇਣਗੇ। ਜੇ ਚਾਹੁੰਦੇ ਹੋ ਕਿ ਸਿੱਖ ਸਮਾਜ ਔਰ ਸਿੱਖ ਗੁਰੂ ਘਰ ਦੀਆਂ ਸੇਵਾਵਾਂ ਅੱਛੇ ਤਰੀਕੇ ਨਾਲ ਚੱਲਣ ਤੇ ਆਪਣਾ ਨੁਮਾਇੰਦਾ ਬੜਾ ਹੀ ਸੋਚ ਸਮਝ ਕੇ ਚੁਣਿਓ। 10 ਸੈਕਿੰਡ ਦੀ ਗੱਲ ਹੈਗੀ ਹੈ, ਗੁਰੂ ਦਾ ਸਿਮਰਨ ਕਰਦੇ ਹੋਏ ਮੋਹਰ ਲਗਾਇਓ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਹੀ ਨਿਰਣੇ ਹੋਏਗਾ। ਇੰਨੀਆਂ ਕੁ ਗੱਲਾਂ ਕਹਿੰਦੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਸਭ ਤੋਂ ਆਖਿਰੀ 'ਚ ਅਸੀਂ ਆਪਣਾ ਪੰਥਕ ਫਰਜ਼ ਸਮਝਦੇ ਆਪ ਸਾਰਿਆਂ ਨੂੰ ਦੱਸ ਦਈਏ ਕਿ ਤਕਰੀਬਨ 46 ਸੀਟਾਂ ਤੇ ਚੋਣਾਂ ਨੇ ਤੇ 4 ਤੋਂ 5 ਪਾਰਟੀਆਂ ਜਿਹੜੀਆਂ ਮੁੱਖ ਹੈਗੀਆਂ ਨੇ ਹਰ ਜਗ੍ਹਾ ਦੇ ਉੱਤੇ ਨੇ, ਸਾਰੇ ਕੈਂਡੀਡੇਟ ਹੈਗੇ ਨੇ, ਮਗਰ ਅਸੀਂ ਸਿਰਫ ਕੁਝ ਚੁਣਵੀਂ ਚਿਹਰੇ ਜਿਹੜੇ ਘੱਟੋ ਘੱਟ ਪੰਥ ਦੀ ਗੱਲ ਕਰਦੇ ਨੇ ਔਰ ਦਿਲੋਂ ਕਹਿ ਲਈਏ ਕਿ ਪੰਥ ਦੀ ਨੁਮਾਇੰਦਗੀ ਕਰਦੇ ਨੇ, ਅਸੀਂ ਬੜੇ ਖਾਸ ਹੀ ਕੁਝ ਚੰਦ ਚਿਹਰਿਆਂ ਨੂੰ ਹੀ ਆਪਾਂ ਕੈਮਰੇ ਦੇ ਉੱਤੇ ਲੈ ਕੇ ਆਏ ਹੈਗੇ ਆ। ਮਾਫ ਕਰਨਾ ਮੀਡੀਆ ਦੀ ਦੌੜ, ਮਾਫ ਕਰਨਾ ਕੁਝ ਚੰਦ ਟੁਕੜਿਆਂ ਦੇ ਲਈ ਹਰ ਕੈਂਡੀਡੇਟ ਦੇ ਪਿੱਛੇ ਦੌੜ ਰਹੀ ਹੈ, ਮਗਰ ਸਾਡੀ ਕੋਸ਼ਿਸ਼ ਸੀ ਕਿ ਸੱਚੇ ਸੁੱਚੇ ਚਿਹਰਿਆਂ ਨੂੰ ਤੁਹਾਡੇ ਨਾਲ ਜੋੜੀਏ, ਮੀਡੀਆ ਦੇ ਰਾਹੀਂ ਪੂਰੀ ਦੁਨੀਆ ਤੱਕ ਪਹੁੰਚਾਈਏ। ਆਪਣੀ ਇਸ ਸੇਵਾ ਦੇ ਅੰਦਰ, ਆਪਣੇ ਇਸ ਫਰਜ਼ ਅੱਜ ਅਸੀਂ ਭੈਣ ਮਨਪ੍ਰੀਤ ਕੌਰ ਦੇ ਨਾਲ ਜੁੜੇ ਸੀ। ਅਗਲੇ ਚਿਹਰੇ ਦੇ ਨਾਲ, ਅਗਲੇ ਕੈਂਡੀਡੇਟ ਦੇ ਨਾਲ ਅਸੀਂ ਦੁਬਾਰਾ ਜੁੜਾਂਗੇ। ਲੈਣੇ ਭੈਣ ਜੀ ਤੋਂ ਇਜਾਜ਼ਤ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।